ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਲੋਕਡਾਊਨ ਦੇ ਵਿੱਚ ਸਕੂਲ ਬੰਦ ਨੇ ਅਤੇ ਅਸੀਂ ਔਨਲਾਈਨ ਸਟੱਡੀ ਦੇ ਰਾਹੀਂ ਹੀ ਤੁਹਾਡੇ ਨਾਲ ਕੰਸਟਰਕਸ਼ਨ ਵਿਸ਼ੇ ਬਾਰੇ ਕੁਝ ਗੱਲਾਂ ਕਰਾਂਗੇ। ਸਭ ਤੋਂ ਪਹਿਲਾਂ ਪਿਆਰੇ ਬੱਚਿਓ, ਜਾਣ ਪਛਾਣ। ਤੁਸੀਂ ਜਾਣਦੇ ਹੀ ਹੋ ਕਿ ਏਸ਼ੀਆਈ, ਯੂਰਪ ਅਤੇ ਅਰਬ ਦੇ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਨਿਰਮਾਣ ਉਦਯੋਗ ਦੇ ਵਿੱਚ ਮਨੁੱਖੀ ਸ਼ਕਤੀ ਦੀ ਬਹੁਤ ਵੱਡੀ ਘਾਟ ਹੈ। ਇਸ ਘਾਟ ਨੂੰ ਪੂਰੀ ਕਰਨ ਦੇ ਲਈ ਹੁਨਰਮੰਦ ਉਸਾਰੀ ਕਾਮਿਆਂ ਦੀ ਬਹੁਤ ਲੋੜ ਹੈ, ਕਿਉਂਕਿ ਨਿਰਮਾਣ ਉਦਯੋਗ ਦੇ ਵਿੱਚ ਲਗਭਗ 21 ਮਿਲੀਅਨ ਲੋਕਾਂ ਨੂੰ ਰੁਜ਼ਗਾਰ ਜਿਹੜਾ ਹੈ ਉਹ ਮਿਲ ਜਾਂਦਾ ਹੈ। ਇਸ ਕਰਕੇ ਕੰਸਟਰਕਸ਼ਨ ਵਿਸ਼ੇ ਦੀ ਪੂਰੀ ਦੁਨੀਆ ਦੇ ਵਿੱਚ ਲਗਭਗ ਭਾਰੀ ਮੰਗ ਹੈ। ਸੋ ਪਿਆਰੇ ਬੱਚੇ, ਹੁਣ ਅਸੀਂ ਕੰਸਟਰਕਸ਼ਨ ਵਿਸ਼ੇ ਦੇ ਕੁਝ ਜਿਹੜੇ ਮਹੱਤਵਪੂਰਨ ਆਪਣਾ ਪਦਾਰਥ ਹਨ, ਜਿਵੇਂ ਕਿ ਇੱਟਾਂ ਨੇ, ਸੀਮਟ ਹੈ, ਟਾਈਲਾਂ ਹੈ। ਤੁਸੀਂ ਆਮ ਤੌਰ 'ਤੇ ਦੇਖਦੇ ਹੋ ਕਿ ਇੱਟਾਂ ਤੋਂ ਇਲਾਵਾ ਜਿਹੜਾ ਘਰ ਬਣਾਉਣਾ ਬਹੁਤ ਔਖਾ ਹੈ। ਵੱਖਰੀ ਗੱਲ ਹੈ ਕਿ ਹੁਣ ਬਹੁਤ ਸਾਰੀਆਂ ਕੰਪਨੀਆਂ ਨੇ, ਸੀਮੈਂਟ ਕੰਪਨੀਆਂ ਨੇ ਬ੍ਰਿਕ, ਜਿਵੇਂ ਬ੍ਰਿਕ ਹੁੰਦੀ ਹੈ ਇੱਟ, ਉਸੇ ਤਰ੍ਹਾਂ ਦਾ ਇੱਕ ਕਿਊਬ ਬਣਾਇਆ ਹੈ, ਜਿਸ ਦੀ ਬਹੁਤ ਸਾਰੀ ਜਗ੍ਹਾ ਦੇ ਵਿੱਚ ਵਰਤੋਂ ਕੀਤੀ ਜਾਣ ਲੱਗੀ ਹੈ, ਪਰ ਉਸ ਦੀ ਜਿਹੜੀ ਕੀਮਤ ਹੈ ਬਹੁਤ ਜ਼ਿਆਦਾ ਹੈ। ਇਸ ਕਰਕੇ ਆਮ ਤੌਰ 'ਤੇ ਉਸਾਰੀ ਵਾਲੀ ਜਗ੍ਹਾ 'ਤੇ ਹੁਣ ਵੀ ਇੱਟਾਂ ਦਾ ਹੀ ਪ੍ਰਯੋਗ ਆਮ ਤੌਰ 'ਤੇ ਕੀਤਾ ਜਾਂਦਾ ਹੈ। ਸੋ ਪਿਆਰੇ ਬੱਚਿਓ, ਇਹ ਹੈ ਇੱਟ। ਇੱਟ ਦਾ ਇੰਜੀਨੀਅਰਿੰਗ ਪਦਾਰਥਾਂ ਵਿੱਚ ਬਹੁਤ ਹੀ ਮਹੱਤਵਪੂਰਨ ਸਥਾਨ ਹੈ। ਉਸਾਰੀ ਦੇ ਲਈ ਇੱਟ ਦਾ ਬਹੁਤ ਜ਼ਿਆਦਾ ਪ੍ਰਯੋਗ ਕੀਤਾ ਜਾਂਦਾ ਹੈ। ਇੱਟ ਨੂੰ ਪਿੱਲਰ, ਬੀਮ, ਕੱਚੇ ਰਸਤੇ, ਛੱਤ ਲਈ ਵਰਤਿਆ ਜਾਂਦਾ ਹੈ। ਇਸ ਤੋਂ ਇਲਾਵਾ ਉਸਾਰੀ ਲਈ ਦੀਵਾਰਾਂ ਦੇ ਲਈ ਜਿੰਨੀਆਂ ਦੀਵਾਰਾਂ ਹੁੰਦੀਆਂ ਨੇ, ਉੱਥੇ ਇੱਟਾਂ ਦੀ ਹੀ ਵਰਤੋਂ ਕੀਤੀ ਜਾਂਦੀ ਹੈ। ਸੋ ਇਸ ਤੋਂ ਬਾਅਦ ਅਸੀਂ ਗੱਲ ਕਰਾਂਗੇ ਇੱਟ ਦੇ ਵਿੱਚ ਕਿਹੜੇ ਕਿਹੜੇ ਜਿਹੜੇ ਮੂਲ ਘਟਕ ਪਾਏ ਜਾਂਦੇ ਨੇ, ਉਹਨਾਂ ਵਿੱਚ ਉਹਨਾਂ ਦੀ ਜਿਹੜੀ ਪ੍ਰਤੀਸ਼ਤ ਮਾਤਰਾ ਹੈ ਉਹ ਕਿੰਨੀ ਹੁੰਦੀ ਹੈ। ਪਿਆਰੇ ਬੱਚਿਓ, ਸਭ ਤੋਂ ਪਹਿਲਾਂ ਐਲੂਮੀਨਾ ਦੀ ਗੱਲ ਕਰਦੇ ਹਾਂ ਤਾਂ ਇੱਟਾਂ ਦੇ ਵਿੱਚ 20 ਤੋਂ 30% ਐਲੂਮੀਨਾ ਪਾਇਆ ਜਾਂਦਾ ਹੈ। ਇਸੇ ਤਰ੍ਹਾਂ ਸਿਲਿਕਾ 50 ਤੋਂ 60%, ਲਾਈਮ 2 ਤੋਂ 5%, ਆਇਰਨ ਆਕਸਾਈਡ 7 ਤੋਂ 8%, ਮੈਗਨੀਜ਼ 1%। ਇੱਟ ਬਣਾਉਣ ਦਾ ਤਰੀਕਾ। ਪਿਆਰੇ ਬੱਚਿਓ, ਇੱਟਾਂ ਨੂੰ ਬਣਾਇਆ ਕਿਵੇਂ ਜਾਂਦਾ ਹੈ? ਮੈਨੂਫੈਕਚਰਿੰਗ ਆਫ ਬ੍ਰਿਕਸ। ਇੱਟਾਂ ਨੂੰ ਬਣਾਉਣ ਲਈ ਮੁੱਖ ਤੌਰ 'ਤੇ 4 ਕਿਰਿਆਵਾਂ ਕ੍ਰਮਬੱਧ ਰੂਪ ਨਾਲ ਕੀਤੀਆਂ ਜਾਂਦੀਆਂ ਹਨ। ਮਿੱਟੀ ਪ੍ਰਾਪਤ ਹੋਣ ਵਾਲੇ ਸਥਾਨ ਦੀ ਚੋਣ। ਸਭ ਤੋਂ ਪਹਿਲਾਂ ਸਾਨੂੰ ਉਸ ਸਥਾਨ ਦੀ ਚੋਣ ਕਰਨੀ ਪੈਂਦੀ ਹੈ ਜਿੱਥੋਂ ਸਾਨੂੰ ਮਿੱਟੀ ਮਿਲਣੀ ਹੈ। ਇਸ ਤੋਂ ਬਾਅਦ ਅਸੀਂ ਉੱਥੇ ਮਿੱਟੀ ਨੂੰ ਤਿਆਰ ਕਰਦੇ ਹਾਂ, ਮਿੱਟੀ ਨੂੰ ਢਾਲਦੇ ਹਾਂ। ਇੱਟਾਂ ਨੂੰ ਉਸ ਤੋਂ ਬਾਅਦ ਸੁਕਾਇਆ ਜਾਂਦਾ ਹੈ ਧੁੱਪ ਦੇ ਵਿੱਚ। ਠੀਕ ਹੈ ਬੇਟਾ। ਉਸ ਤੋਂ ਬਾਅਦ ਭੱਠੇ ਦੇ ਵਿੱਚ, ਤੁਸੀਂ ਦੇਖਿਆ ਹੈ ਬ੍ਰਿਕ ਕਿਲਨ, ਉਹਦੇ ਵਿੱਚ ਇੱਟ ਨੂੰ ਪਕਾਇਆ ਜਾਂਦਾ ਹੈ। ਉਸ ਤੋਂ ਬਾਅਦ ਇੱਟ ਤਿਆਰ ਹੋ ਜਾਂਦੀ ਹੈ। ਇੱਟ ਨੂੰ ਬਣਾਉਂਦੇ ਸਮੇਂ ਬਹੁਤ ਸਾਰੀਆਂ ਸਾਵਧਾਨੀਆਂ ਵਰਤਣੀਆਂ ਪੈਂਦੀਆਂ ਨੇ। ਪਿਆਰੇ ਬੱਚਿਓ, ਉਹ ਜਿਹੜੀਆਂ ਸਾਵਧਾਨੀਆਂ ਨੇ ਉਹ ਅਸੀਂ ਉਸ ਬਾਰੇ ਹੁਣ ਡਿਸਕਸ ਕਰਾਂਗੇ। ਉਹ ਹੇਠ ਲਿਖੀਆਂ ਹਨ। ਐਲੂਮੀਨਾ ਦੀ ਮਾਤਰਾ ਜ਼ਿਆਦਾ ਹੋਣ ਦੇ ਕਾਰਨ, ਅਗਰ ਇੱਟ ਬਣਾਉਂਦੇ ਸਮੇਂ ਐਲੂਮੀਨਾ ਦੀ ਮਾਤਰਾ ਜ਼ਿਆਦਾ ਹੋ ਜਾਵੇ ਤਾਂ ਇੱਟਾਂ ਵਿੱਚ ਪਕਾਉਣ ਤੋਂ ਬਾਅਦ ਤਰੇੜਾਂ ਆ ਸਕਦੀਆਂ ਹਨ। ਸਿਲਿਕਾ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਇੱਟ ਜਿਹੜੀ ਹੈ ਉਹ ਬਹੁਤ ਹੀ ਕਮਜ਼ੋਰ ਹੋ ਜਾਂਦੀ ਹੈ। ਇਸੇ ਤਰ੍ਹਾਂ ਬੇਟਾ ਲਾਈਮ ਦੀ ਮਾਤਰਾ ਅਗਰ ਜ਼ਿਆਦਾ ਹੋ ਜਾਵੇ ਤਾਂ ਇੱਟ ਜਦੋਂ ਪਕਾਈ ਜਾਂਦੀ ਹੈ ਤਾਂ ਉਸ ਸਮੇਂ ਇਹ ਭੁਰ ਜਾਂਦੀ ਹੈ। ਇੱਟ ਤੋਂ ਬਾਅਦ ਅਸੀਂ ਬੇਟਾ ਗੱਲ ਕਰਾਂਗੇ ਇਸ ਦੀਆਂ ਅਲੱਗ-ਅਲੱਗ ਕਲਾਸਿਸ ਬਾਰੇ, ਕਿਉਂਕਿ ਇੱਟਾਂ ਜਿਹੜੀਆਂ ਹੈ ਬਹੁਤ ਤਰ੍ਹਾਂ ਦੀਆਂ ਹਨ। ਜਿਵੇਂ ਅਸੀਂ ਆਮ ਤੌਰ 'ਤੇ ਪਿੰਡਾਂ ਵਿੱਚ ਸੁਣਿਆ ਹੈ ਅਵਲ ਇੱਟ, ਜਿਸ ਨੂੰ ਕਿ ਪਹਿਲੀ ਸ਼੍ਰੇਣੀ ਦੀ ਇੱਟ ਕਿਹਾ ਜਾਂਦਾ ਹੈ। ਇਸੇ ਤਰ੍ਹਾਂ ਦੜਾ, ਸੋ ਉਸ ਨੂੰ ਦੂਜੇ ਨੰਬਰ ਦੀ ਇੱਟ ਕਿਹਾ ਜਾਂਦਾ ਹੈ ਬੇਟਾ। ਇਸੇ ਤਰ੍ਹਾਂ ਇੱਕ ਤੀਸਰੀ ਸ਼੍ਰੇਣੀ ਦੀ ਇੱਟ ਵੀ ਹੁੰਦੀ ਹੈ। ਇੱਟਾਂ ਨੂੰ ਜਿਹੜਾ 3 ਸ਼੍ਰੇਣੀਆਂ ਵਿੱਚ ਵੰਡਿਆ ਜਾਂਦਾ ਹੈ, ਇਹਨਾਂ ਦੀ ਕੀਮਤ ਵੀ ਇਸ ਦੇ ਹਿਸਾਬ ਨਾਲ ਹੀ ਹੁੰਦੀ ਹੈ। ਪਹਿਲੀ ਸ਼੍ਰੇਣੀ ਦੀ ਇੱਟ ਜਿਹੜੀ ਹੈ ਉਸ ਦੀ ਕੀਮਤ ਜ਼ਿਆਦਾ ਹੁੰਦੀ ਹੈ, ਕਿਉਂਕਿ ਇਹ ਇੱਟ ਬਹੁਤ ਹੀ ਮਜ਼ਬੂਤ ਹੁੰਦੀ ਹੈ। ਇਸ ਦਾ ਰੰਗ ਵੀ ਲਾਲ ਹੁੰਦਾ ਹੈ ਅਤੇ ਇਸ ਇੱਟ ਵਿੱਚ ਕਿਸੇ ਤਰ੍ਹਾਂ ਦਾ ਕੋਈ ਵੀ ਕਰੈਕ ਨਹੀਂ ਆਉਂਦਾ। ਇਸ ਦੀਆਂ ਚਾਰੇ ਜਿਹੜੀਆਂ ਨੁੱਕਰਾਂ ਨੇ ਉਹ ਵੀ ਭੁਰੀਆਂ ਨਹੀਂ ਹੁੰਦੀਆਂ। ਇਸੇ ਤਰ੍ਹਾਂ ਦੂਸਰੀ ਸ਼੍ਰੇਣੀ ਦੀ ਜਿਹੜੀ ਇੱਟ ਹੈ ਉਹ ਇਸ ਤੋਂ ਥੋੜ੍ਹੀ ਜਿਹੀ ਸਸਤੀ ਹੁੰਦੀ ਹੈ। ਇੱਟ ਦਾ ਭਾਰ ਅਤੇ ਮਾਪ। ਪਿਆਰੇ ਬੱਚਿਓ, ਇੱਟ ਦਾ ਜਿਹੜਾ ਭਾਰ ਹੈ ਇਹ ਭਾਰਤ ਦੀ ਜਿਹੜੀ ਮਾਨਕ ਸੰਸਥਾ ਹੈ ਉਸਨੇ ਨਿਰਧਾਰਿਤ ਕੀਤਾ ਹੁੰਦਾ ਹੈ। ਇੱਟ ਦਾ ਭਾਰ 3 ਕਿਲੋ 200 ਗ੍ਰਾਮ ਤੱਕ ਹੁੰਦਾ ਹੈ। ਇੱਟ ਦੀ ਚਿਣਾਈ ਦੇ ਦੌਰਾਨ 1 ਘਣ ਮੀਟਰ ਦੇ ਵਿੱਚ 500 ਇੱਟਾਂ
1 ਘਣ ਮੀਟਰ ਭਾਵ 1 ਕਿਊਬਿਕ ਮੀਟਰ ਦੇ ਵਿੱਚ 500 ਇੱਟਾਂ ਜਿਹੜੀਆਂ ਨੇ ਉਹ ਲਗਾਈਆਂ ਜਾਂਦੀਆਂ ਨੇ। ਇੱਟ ਦੀ ਜਿਹੜੀ ਡਾਈਮੈਂਸ਼ਨ ਹੈ, ਅਗਰ ਮਾਪ ਦੀ ਗੱਲ ਕਰਦੇ ਹਾਂ ਤਾਂ ਇਸ ਦੀ ਜਿਹੜਾ ਮਾਪ ਹੈ ਉਹ ਇਸ ਦੀ ਲੰਬਾਈ 190 mm, ਚੌੜਾਈ ਅਤੇ ਉਚਾਈ 90 mm ਹੁੰਦੀ ਹੈ। ਇੱਟ ਦੇ ਉਸਾਰੀ ਦੌਰਾਨ ਕੀਤੇ ਜਾਣ ਵਾਲੇ ਪ੍ਰਯੋਗ। ਪਿਆਰੇ ਬੱਚਿਓ, ਜਿਹੜੇ ਇੱਟ ਦੇ ਚੁਣਾਈ ਸਮੇਂ ਕੀਤੇ ਜਾਣ ਵਾਲੇ ਪ੍ਰਯੋਗ ਨੇ ਉਹ ਤੁਸੀਂ ਦੇਖ ਸਕਦੇ ਹੋ। ਇੱਕ ਤਾਂ ਅਸੀਂ ਇਸ ਦੇ ਚਾਰੇ ਨੁੱਕਰਾਂ ਦੇਖਣੀਆਂ ਭੁਰੀਆਂ ਤਾਂ ਨਹੀਂ। ਇੱਟ ਦੀ ਇੱਕ ਫੀਤਾ ਲੈ ਕੇ ਇਸ ਦੀ ਜਿਹੜੀ ਲੰਬਾਈ ਚੌੜਾਈ ਨੂੰ ਵੀ ਅਸੀਂ ਮਾਪ ਸਕਦੇ ਹਾਂ। ਇਸ ਤੋਂ ਇਲਾਵਾ ਇੱਟ ਦਾ ਜਿਹੜਾ ਇੱਕ ਹੋਰ ਟੈਸਟ ਕੀਤਾ ਜਾਂਦਾ ਹੈ ਉਹ ਹੈ ਇੱਟ ਨੂੰ ਪਾਣੀ ਦੇ ਵਿੱਚ ਰੱਖ ਕੇ ਅਗਰ ਇਸ ਦੀ ਪਾਣੀ ਦੀ ਸੋਖਣ ਦੀ ਸਮਰੱਥਾ, ਇੱਟ 24 ਘੰਟੇ ਪਾਣੀ ਵਿੱਚ ਰੱਖੀ ਜਾਂਦੀ ਹੈ। ਅਗਰ ਪਾਣੀ ਨੂੰ ਸੋਖਦੀ ਹੈ ਇੱਟ 20% ਤਾਂ ਉਹ ਪਹਿਲੇ ਦਰਜੇ ਦੀ ਇੱਟ ਹੁੰਦੀ ਹੈ। ਅਗਰ 20 ਤੋਂ ਜ਼ਿਆਦਾ 22% ਸੋਖਦੀ ਹੈ ਤਾਂ ਦੂਜੇ ਦਰਜੇ ਦੀ। ਅਗਰ 25% ਪਾਣੀ ਇੱਟ ਆਪਣੇ ਅੰਦਰ ਸੋਖਦੀ ਹੈ 24 ਘੰਟਿਆਂ ਦੇ ਵਿੱਚ ਤਾਂ ਉਸਨੂੰ ਤੀਜੇ ਦਰਜੇ ਦੀ ਇੱਟ ਕਿਹਾ ਜਾਂਦਾ ਹੈ। ਇਸ ਤੋਂ ਇਲਾਵਾ ਪਿਆਰੇ ਬੱਚਿਓ, 1-2 ਮੀਟਰ ਦੀ ਉਚਾਈ ਤੋਂ ਅਗਰ ਇੱਟ ਨੂੰ ਨੀਚੇ ਸਿੱਟਿਆ ਜਾਂਦਾ ਹੈ ਤਾਂ ਅਗਰ ਇੱਟ ਟੁੱਟ ਜਾਵੇ ਤਾਂ ਉਹ ਇੱਟ ਜ਼ਿਆਦਾ ਵਧੀਆ ਨਹੀਂ ਹੁੰਦੀ। ਅਗਰ ਇੱਟ ਨੂੰ ਕੁਝ ਵੀ ਨਾ ਹੋਵੇ 1-2 ਮੀਟਰ ਉਚਾਈ ਤੋਂ ਸਿੱਟਣ ਲੱਗਿਆਂ ਅਗਰ ਉਸ ਦੇ ਕਿਨਾਰੇ ਨਾ ਭੁਰਨ ਤਾਂ ਉਹ ਅਵਲ ਦਰਜੇ ਦੀ ਇੱਟ ਕਹਿਲਾਉਂਦੀ ਹੈ। ਇਸੇ ਤਰ੍ਹਾਂ ਅਸੀਂ ਇੱਟ ਨੂੰ ਖੜਕਾ ਕੇ ਵੀ ਦੇਖ ਸਕਦੇ ਹਾਂ। 2 ਇੱਟਾਂ ਦੋਨਾਂ ਹੱਥਾਂ ਵਿੱਚ ਫੜ ਕੇ ਅਗਰ ਉਸ ਨੂੰ ਦੋਵਾਂ ਨੂੰ ਟਕਰਾਉਂਦੇ ਹਾਂ, ਅਗਰ ਉੱਥੋਂ ਰਿੰਗਿੰਗ ਸਾਊਂਡ, ਬੈਲ ਵਰਗੀ ਸਾਊਂਡ ਆਉਂਦੀ ਹੈ ਤਾਂ ਪਿਆਰੇ ਬੱਚਿਓ ਉਹ ਇੱਟ ਬਹੁਤ ਹੀ ਜ਼ਿਆਦਾ ਵਧੀਆ ਲਾਭਦਾਇਕ ਹੁੰਦੀ ਹੈ। ਇਸੇ ਤਰ੍ਹਾਂ ਪਿਆਰੇ ਬੱਚਿਓ ਅਸੀਂ ਗੱਲ ਹੁਣ ਕਰਾਂਗੇ RCC, ਰੀਇਨਫੋਰਸਡ ਸੀਮੈਂਟ ਕੰਕਰੀਟ, ਪ੍ਰਬਲਿਤ ਸੀਮੈਂਟ ਕੰਕਰੀਟ। ਤੁਸੀਂ ਆਮ ਸੁਣਿਆ ਹੋਵੇਗਾ RCC, ਕਿਉਂਕਿ ਅਸੀਂ ਜਦੋਂ ਵੀ ਘਰ ਦੇ ਵਿੱਚ ਸਲੈਬ ਛੱਤ ਪਾਉਂਦੇ ਹਾਂ ਤਾਂ ਉੱਥੇ ਤੁਸੀਂ ਦੇਖਿਆ ਹੋਵੇਗਾ ਕਿ ਸਰੀਆ ਅਤੇ ਉਸ ਤੋਂ ਬਾਅਦ ਕੰਕਰੀਟ ਦੀ ਵਰਤੋਂ ਕੀਤੀ ਜਾਂਦੀ ਹੈ। ਇਸੇ ਤਰ੍ਹਾਂ ਕਾਲਮ ਅਤੇ ਬੀਮ ਪਾਉਣ ਲੱਗਿਆਂ ਵੀ RCC ਦੀ ਹੀ ਬਹੁਤ ਜ਼ਿਆਦਾ ਲੋੜ ਹੁੰਦੀ ਹੈ। ਸੋ ਇਸ ਬਾਰੇ ਅਸੀਂ ਹੁਣ ਗੱਲ ਕਰਾਂਗੇ। ਸੀਮੈਂਟ ਕੰਕਰੀਟ ਵਿੱਚ ਤਨਨ ਅਤੇ ਸੰਪੀੜਨ ਦੋਨੋਂ ਸ਼ਕਤੀਆਂ ਪ੍ਰਦਾਨ ਕਰਨ ਦੇ ਲਈ ਕੰਕਰੀਟ ਵਿੱਚ ਲੋਹੇ ਦੀਆਂ ਛੜਾਂ ਦੀ ਵਰਤੋਂ ਕੀਤੀ ਜਾਂਦੀ ਹੈ। ਸੋ ਬੇਟਾ, ਲੋਹੇ ਦੀਆਂ ਛੜਾਂ ਅਸੀਂ ਕਹਿ ਸਕਦੇ ਹਾਂ ਜਿਹੜਾ ਅਸੀਂ ਸਟੀਲ ਯੂਜ਼ ਕਰਦੇ ਹਾਂ। ਅੱਜ ਕੱਲ੍ਹ ਸਟੀਲ ਦੀ ਬਹੁਤ ਸਾਰੀਆਂ ਕਿਸਮਾਂ ਨੇ। ਸੋ ਬੇਟਾ, ਸਟੀਲ ਜਿਹੜੀ ਯੂਜ਼ ਕੀਤੀ ਜਾਂਦੀ ਹੈ। ਉਸ ਤੋਂ ਬਾਅਦ ਸੀਮੈਂਟ ਕੰਕਰੀਟ ਵਿੱਚ ਲੋਹੇ ਦੀਆਂ ਛੜਾਂ ਦਾ ਪ੍ਰਯੋਗ ਕਰਕੇ ਜੋ ਪਦਾਰਥ ਬਣਾਇਆ ਜਾਂਦਾ ਹੈ ਉਸ ਨੂੰ ਪ੍ਰਬਲਿਤ ਸੀਮੈਂਟ ਕੰਕਰੀਟ ਕਿਹਾ ਜਾਂਦਾ ਹੈ। ਪ੍ਰਬਲਿਤ ਸੀਮੈਂਟ ਕੰਕਰੀਟ ਅੱਜ ਕੱਲ੍ਹ ਹਰ ਨਿਰਮਾਣ ਵਿੱਚ ਵੱਡੀ ਮਾਤਰਾ ਵਿੱਚ ਵਰਤਿਆ ਜਾਂਦਾ ਹੈ। ਬੈਂਕਾਂ ਜ਼ਿਆਦਾਤਰ ਪ੍ਰਬਲਿਤ ਸੀਮੈਂਟ ਕੰਕਰੀਟ ਤੋਂ ਹੀ ਬਣਦੀਆਂ ਹਨ। ਸੋ ਬੇਟਾ, RBI ਦੇ ਨਿਰਦੇਸ਼ਾਂ ਦੇ ਅਨੁਸਾਰ ਹੁਣ ਜਿੰਨੀਆਂ ਵੀ ਨਵੀਆਂ ਬੈਂਕਾਂ ਬਣਨੀਆਂ ਨੇ ਉਹ ਬਹੁਤ ਸਾਰੀਆਂ ਬੈਂਕਾਂ RCC ਦੇ ਦੁਆਰਾ ਹੀ ਬਣਾਈਆਂ ਜਾਂਦੀਆਂ ਨੇ। ਉਸ ਵਿੱਚ ਇੱਟਾਂ ਦਾ ਪ੍ਰਯੋਗ ਨਹੀਂ ਕੀਤਾ ਜਾਂਦਾ ਕਿਉਂਕਿ ਬਹੁਤ ਜ਼ਿਆਦਾ ਮਜ਼ਬੂਤੀ ਦੇਣ ਦੇ ਲਈ ਹੀ RCC ਦੀ ਵਰਤੋਂ ਉਸ ਵਿੱਚ ਕੀਤੀ ਜਾਂਦੀ ਹੈ। ਸੋ ਤੁਸੀਂ ਨੀਚੇ ਫੋਟੋ ਵਿੱਚ ਵੀ ਦੇਖ ਸਕਦੇ ਹੋ ਕਿ ਕਿਵੇਂ ਸਰੀਏ ਜਿਹੜੇ ਨੇ ਉਹ ਖੜ੍ਹੇ ਕੀਤੇ ਨੇ। ਸੋ ਬੇਟਾ, ਜਦੋਂ ਅਸੀਂ ਕਾਲਮ ਜਾਂ ਪਿੱਲਰ ਖੜ੍ਹਾ ਕਰਦੇ ਹਾਂ ਉਸ ਦੇ ਆਲੇ ਦੁਆਲੇ ਫਰੇਮ ਲਗਾ ਕੇ, ਜਿਵੇਂ ਅਸੀਂ ਉਸ ਨੂੰ ਫਰੇਮਵਰਕ ਯੂਜ਼ ਕਰਕੇ ਉਹਦੇ ਵਿੱਚ ਕੰਕਰੀਟ ਭਰਦੇ ਹਾਂ, ਠੀਕ ਹੈ। ਕੰਕਰੀਟ ਭਰਨ ਤੋਂ ਬਾਅਦ ਉਸ ਦੀ ਤਰਾਈ ਕੀਤੀ ਜਾਂਦੀ ਹੈ ਤਾਂ ਜੋ ਮਜ਼ਬੂਤੀ ਵੱਧ ਆ ਸਕੇ। ਸੋ ਇਸ ਤੋਂ ਬਾਅਦ ਬੇਟਾ, ਜਿਹੜਾ RCC ਹੈ ਪ੍ਰਬਲਿਤ ਸੀਮੈਂਟ ਕੰਕਰੀਟ, ਉਸ ਦੇ ਕਿਹੜੇ ਫਾਇਦੇ ਹਨ ਉਸ ਬਾਰੇ ਅਸੀਂ ਗੱਲ ਕਰਾਂਗੇ। ਸੀਮੈਂਟ ਕੰਕਰੀਟ ਵਿੱਚ ਲੋਹੇ ਦੀਆਂ ਛੜਾਂ, ਜਿਹੜੇ ਅਸੀਂ ਸਟੀਲ ਯੂਜ਼ ਕਰਦੇ ਹਾਂ, ਉਹਦੇ ਪ੍ਰਯੋਗ ਦੇ ਨਾਲ ਬਣਾਵਟ ਵਿੱਚ ਭੂਚਾਲ ਦੇ ਝਟਕਿਆਂ ਨਾਲ ਕੋਈ ਫਰਕ ਨਹੀਂ ਪੈਂਦਾ। ਸੋ ਬੇਟਾ, ਸਾਡੇ ਜਿਹੜਾ ਕੰਟਰੀ ਹੈ ਇਸ ਦੇ ਵਿੱਚ ਜਿਹੜੇ ਅਲੱਗ-ਅਲੱਗ ਏਰੀਆ ਨੇ ਉਹਨਾਂ ਦਾ ਅਸੀਂ ਇੱਕ ਸਿਸਮਿਕ, ਜਿੱਦਾਂ ਮਤਲਬ ਅਸੀਂ ਭੂਚਾਲ ਬਾਰੇ ਇਹਨੂੰ ਇੱਕ ਪਤਾ ਲੱਗ ਜਾਂਦਾ ਹੈ ਕਿ ਕਿਹੜੇ ਏਰੀਏ ਵਿੱਚ ਕਿੰਨੀ ਮਾਤਰਾ ਵਿੱਚ ਜਿਹੜਾ ਭੂਚਾਲ ਅਸੀਂ ਪੁਰਾਣਾ ਰਿਕਾਰਡ ਦੇਖ ਸਕਦੇ ਹਾਂ ਆਉਂਦਾ ਹੈ। ਸੋ ਉਸ ਦੇ ਹਿਸਾਬ ਨਾਲ ਜਦੋਂ ਡਿਜ਼ਾਈਨ ਕੀਤਾ ਜਾਂਦਾ ਹੈ ਘਰ, ਤਾਂ ਉਹਦੇ ਵਿੱਚ ਜਿਹੜੇ ਸਟੀਲ ਦੀ ਜਿਹੜੀ ਵਰਤੋਂ ਕੀਤੀ ਗਈ ਹੈ ਸਰੀਏ ਦੀ, ਜਾਂ ਜਿਹੜਾ ਡਿਜ਼ਾਈਨ ਕੀਤਾ ਗਿਆ ਜਿਵੇਂ ਪਿੱਲਰ ਕਿਵੇਂ ਦਾ ਹੈ, ਉਹ 'ਚ ਕਿੰਨੇ ਜਿਹੜੇ ਸਟੀਲ ਯੂਜ਼ ਕੀਤੇ ਨੇ 4 ਔਰ 6। ਸੋ ਇਸ ਤੋਂ ਇਲਾਵਾ ਬਹੁਤ ਸਾਰੀਆਂ ਚੀਜ਼ਾਂ ਦੇਖਣੀਆਂ ਪੈਂਦੀਆਂ ਨੇ। ਜਿਵੇਂ ਸਟੀਲ ਨੂੰ ਬੰਨ੍ਹਿਆ ਜਾਂਦਾ ਹੈ, ਸਰੀਏ ਨੂੰ ਬੰਨ੍ਹਿਆ ਜਾਂਦਾ ਹੈ, ਤਾਂ ਉਹ ਵੀ ਦੇਖਣਾ ਪੈਂਦਾ ਹੈ ਕਿ ਸਹੀ ਤਰੀਕੇ ਨਾਲ ਉਹਨਾਂ ਨੇ ਬੰਨ੍ਹਿਆ ਵੀ ਹੈ। ਉਸ ਦਾ ਮਤਲਬ ਡਾਇਆਮੀਟਰ ਸਾਨੂੰ ਚੈੱਕ ਕਰਨਾ ਚਾਹੀਦਾ ਹੈ। ਸੋ ਇਸੇ ਤਰ੍ਹਾਂ ਬੇਟਾ, ਦੂਸਰਾ ਪੁਆਇੰਟ ਆ ਪ੍ਰਬਲਿਤ ਸੀਮੈਂਟ ਕੰਕਰੀਟ ਦਾ ਨਿਰਮਾਣ ਕਾਰਜ ਰੰਗੀਨ, ਚਮਕਦਾਰ ਅਤੇ ਸੁੰਦਰ ਬਣਾਇਆ ਜਾ ਸਕਦਾ ਹੈ।
RCC ਵਿੱਚ ਕਿਸੇ ਵੀ ਤਰ੍ਹਾਂ ਦਾ ਪਾਣੀ ਦਾ ਕੋਈ ਪ੍ਰਭਾਵ ਨਹੀਂ ਪੈਂਦਾ ਅਤੇ ਨਾ ਹੀ ਅੱਗ ਕੋਈ ਨੁਕਸਾਨ ਕਰਦੀ ਹੈ। ਇਹ ਜੇਕਰ ਉਚਿਤ ਢੰਗ ਨਾਲ ਮਤਲਬ ਵਧੀਆ ਢੰਗ ਦੇ ਨਾਲ ਬਣਾਇਆ ਜਾਵੇ, RCC ਨੂੰ ਯੂਜ਼ ਕੀਤਾ ਜਾਵੇ ਤਾਂ ਕਈ ਸਾਲਾਂ ਤੱਕ ਠੀਕ ਬਣਾਇਆ ਰਹਿੰਦਾ ਹੈ, ਯਾਨੀ ਕਿ ਠੀਕ ਬਣਿਆ ਰਹਿੰਦਾ ਹੈ। ਇਸ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪਰੇਸ਼ਾਨੀ, ਕੋਈ ਸਮੱਸਿਆ ਨਹੀਂ ਆਉਂਦੀ ਲੰਬੀ ਉਮਰ ਤੱਕ। ਇਸ ਤੋਂ ਬਾਅਦ ਬੇਟਾ ਅਸੀਂ ਗੱਲ ਕਰਾਂਗੇ ਟਾਈਲਾਂ ਦੀ। ਤੁਸੀਂ ਬੇਟਾ ਦੇਖਿਆ ਹੋਵੇਗਾ ਕਿ ਜਦੋਂ ਅਸੀਂ ਹੁਣ ਉਸਾਰੀ ਦਾ ਕੰਮ ਦੇਖਦੇ ਹਾਂ ਤਾਂ ਉਸ ਦੇ ਵਿੱਚ ਉਸਾਰੀ ਦੇ ਕੰਮ ਖਤਮ ਹੋਣ ਤੋਂ ਬਾਅਦ ਅਖੀਰ ਵਿੱਚ ਜਿਹੜਾ ਫਿਨਿਸ਼ਿੰਗ ਵਰਕ ਆਉਂਦਾ ਹੈ ਪਲਸਤਰ ਤੋਂ ਬਾਅਦ, ਉਹ ਹੁੰਦਾ ਹੈ ਟਾਈਲਾਂ ਦਾ। ਕਿਉਂਕਿ ਇਹ ਬਹੁਤ ਜਿਹੜੀ ਦਿੱਖ, ਸੁੰਦਰ ਦਿੱਖ ਇੱਕ ਇਮਾਰਤ ਨੂੰ ਪ੍ਰਦਾਨ ਕਰਨ ਦੇ ਲਈ ਲਗਾਈਆਂ ਜਾਂਦੀਆਂ ਨੇ। ਇਸ ਤੋਂ ਇਲਾਵਾ ਇਹ ਬਹੁਤ ਹੀ ਮਤਲਬ ਚਮਕਦਾਰ ਹੁੰਦੀਆਂ ਨੇ। ਇਸ ਨਾਲ ਸੁੰਦਰਤਾ ਤਾਂ ਬਣਦੀ ਹੀ ਹੈ। ਉਸ ਤੋਂ ਇਲਾਵਾ ਇਹ ਬਹੁਤ ਸਾਰੇ ਇਸਦੇ ਹੋਰ ਵੀ ਫਾਇਦੇ ਨੇ। ਇਹ ਜਿਵੇਂ ਅਸੀਂ ਬਾਹਰ ਵਾਲੀ ਦੀਵਾਰਾਂ ਦੀ ਗੱਲ ਕਰਦੇ ਹਾਂ, ਜਿਵੇਂ ਬਾਰਿਸ਼ ਜਾਂ ਹੋਰ ਜਿਹੜੇ ਬਾਰਿਸ਼ ਤੋਂ ਇਲਾਵਾ ਹੋਰ ਜਿਹੜੇ ਕੁਦਰਤੀ ਜਿਵੇਂ ਕੋਈ ਰਿਸਾਵ ਹੁੰਦੇ ਨੇ, ਉਹਨਾਂ ਤੋਂ ਵੀ ਇਹ ਇਮਾਰਤ ਦੀ ਬਚਤ ਕਰਦੀ ਹੈ, ਇਮਾਰਤ ਨੂੰ ਬਚਾਉਂਦੀ ਹੈ ਅਤੇ ਸੁੰਦਰਤਾ ਤਾਂ ਪ੍ਰਦਾਨ ਕਰਦੀ ਹੀ ਹੈ। ਇਸ ਤੋਂ ਇਲਾਵਾ ਇਹਨਾਂ ਦੀ ਜ਼ਿਆਦਾ ਕੋਸਟ ਵੀ ਨਹੀਂ ਹੁੰਦੀ, ਜ਼ਿਆਦਾ ਮਹਿੰਗੀਆਂ ਵੀ ਨਹੀਂ ਹੁੰਦੀਆਂ। ਸੋ ਇਹ ਇਹਨਾਂ ਦਾ ਬਹੁਤ ਸਾਰੇ ਫਾਇਦੇ ਨੇ, ਆਪਾਂ ਉਸ ਬਾਰੇ ਵੀ ਗੱਲ ਕਰਾਂਗੇ। ਸਭ ਤੋਂ ਪਹਿਲਾਂ ਅਸੀਂ ਪੜ੍ਹਾਂਗੇ ਟਾਈਲਾਂ। ਟਾਈਲਾਂ ਵੀ ਪਤਲੀਆਂ ਪੱਟੀਆਂ ਦੇ ਰੂਪ ਵਿੱਚ ਚੀਕਣੀ ਮਿੱਟੀ ਦਾ ਉਤਪਾਦ ਹੁੰਦੀਆਂ ਨੇ। ਇਹ ਇੱਟਾਂ ਤੋਂ ਵਧੇਰੇ ਪਤਲੀਆਂ ਹੁੰਦੀਆਂ ਨੇ ਅਤੇ ਚੰਗੀ ਗੁਣਵੱਤਾ ਵਾਲੀ ਚੀਕਣੀ ਮਿੱਟੀ ਤੋਂ ਹੀ ਬਣੀਆਂ ਹੁੰਦੀਆਂ ਹਨ। ਟਾਈਲਾਂ ਦੀ ਵਰਤੋਂ ਛੱਤ ਨੂੰ ਢੱਕਣ ਦੇ ਲਈ, ਫਰਸ਼ 'ਤੇ ਲਗਾਉਣ ਦੇ ਲਈ, ਗਲੀਆਂ ਨਾਲੀਆਂ ਬਣਾਉਣ ਦੇ ਲਈ, ਜਿਵੇਂ ਇੰਟਰਲੋਕ ਟਾਈਲਾਂ ਬੇਟਾ ਹੁਣ ਸਾਡੇ ਪਿੰਡਾਂ ਵਿੱਚ, ਸ਼ਹਿਰਾਂ ਵਿੱਚ ਲੱਗੀਆਂ ਨੇ, ਆਮ ਤੌਰ 'ਤੇ ਲੱਗ ਵੀ ਰਹੀਆਂ ਨੇ। ਅਸੀਂ ਸਕੂਲਾਂ ਵਿੱਚ ਵੀ ਦੇਖ ਸਕਦੇ ਹਾਂ ਇੰਟਰਲੋਕ ਟਾਈਲਾਂ ਦੀ ਬਹੁਤ ਵਰਤੋਂ ਕੀਤੀ ਜਾਂਦੀ ਹੈ। ਸੋ ਇਹ ਜਿਹੜੀ ਇੰਟਰਲੋਕ ਟਾਈਲਾਂ ਨੇ ਉਹ ਗਲੀਆਂ ਨਾਲੀਆਂ ਬਣਾਉਣ ਦੇ ਲਈ ਵੀ ਕੀਤੀ ਜਾਂਦੀ ਹੈ, ਉਸ ਦੀ ਵਰਤੋਂ। ਸੋ ਬੇਟਾ ਇਸ ਤੋਂ ਬਾਅਦ ਅਸੀਂ ਪੜ੍ਹਾਂਗੇ ਟਾਈਲਾਂ ਕਿੰਨੀ ਤਰ੍ਹਾਂ ਦੀਆਂ ਹੁੰਦੀਆਂ ਨੇ। ਟਾਈਲਾਂ ਬੇਟਾ ਬਹੁਤ ਪ੍ਰਕਾਰ ਦੀਆਂ, ਜਿਵੇਂ ਫਰਸ਼ ਬਣਾਉਣ ਵਾਲੀਆਂ ਟਾਈਲਾਂ, ਜਿਵੇਂ ਥੱਲੇ ਜ਼ਮੀਨ ਦੇ ਜਿੱਥੇ ਫਰਸ਼ ਅਸੀਂ ਪਹਿਲਾਂ ਪੱਥਰ ਲੱਗਦਾ ਸੀ, ਹੁਣ ਬਹੁਤ ਸਾਰੇ ਲੋਕ ਟਾਈਲਾਂ ਵੀ ਲਗਾਉਂਦੇ ਨੇ, ਪੱਥਰ ਵੀ ਚੱਲ ਰਿਹਾ, ਪਰ ਟਾਈਲਾਂ ਦੀ ਵਰਤੋਂ ਵੀ ਕੀਤੀ ਜਾਂਦੀ ਹੈ। ਪੌੜੀਆਂ 'ਤੇ ਲਗਾਉਣ ਲਈ ਟਾਈਲਾਂ, ਛੱਤ ਬਣਾਉਣ ਵਾਲੀਆਂ ਟਾਈਲਾਂ, ਨਾਲੀਆਂ ਬਣਾਉਣ ਵਾਲੀਆਂ ਟਾਈਲਾਂ। ਇਸੇ ਤਰ੍ਹਾਂ ਅਸੀਂ ਅਗਰ ਇੱਕ ਤਾਂ ਹੁੰਦੀ ਕਮਰਿਆਂ ਵਿੱਚ ਘਰ ਦੇ ਅੰਦਰ ਲਗਾਉਣ ਵਾਲੀਆਂ, ਇੱਕ ਘਰ ਦੇ ਬਾਹਰ ਜਿਵੇਂ ਵਿਹੜੇ ਵਿੱਚ ਟਾਈਲਾਂ ਲਗਾਉਣ ਵਾਲੀਆਂ, ਠੀਕ ਹੈ, ਜਿਵੇਂ ਉਸ ਨੂੰ ਬੇਟਾ ਅਸੀਂ ਟੈਰਾਕੋਟਾ ਵੀ ਕਹਿ ਸਕਦੇ ਹਾਂ। ਅੱਗੇ ਬੇਟਾ ਫਰਸ਼ ਜਿਹੜੀਆਂ ਬਣਾਉਣ ਵਾਲੀਆਂ ਟਾਈਲਾਂ ਨੇ, ਉਹਨਾਂ ਦੇ ਕਿਹੜੇ ਕਿਹੜੇ ਗੁਣ ਹੋਣੇ ਚਾਹੀਦੇ ਨੇ। ਇੱਕ ਤਾਂ ਬੇਟਾ ਉਸਦੀ ਜਿਹੜੀ ਦਿੱਖ ਸੋਹਣੀ ਹੋਣੀ ਚਾਹੀਦੀ ਹੈ। ਇਹ ਪਾਣੀ ਨੂੰ ਨਾ ਸੋਖਣ ਵਾਲੀਆਂ ਹੋਣੀਆਂ ਚਾਹੀਦੀਆਂ ਨੇ। ਇਹ ਮਹਿੰਗੀਆਂ ਨਹੀਂ ਹੋਣੀਆਂ ਚਾਹੀਦੀਆਂ। ਤਾਪਮਾਨ ਅਤੇ ਰਸਾਇਣਿਕ ਕਿਰਿਆ ਵਿੱਚ ਟੁੱਟ ਭੱਜ ਦੇ ਪ੍ਰਤੀਰੋਧਕ ਸਮਰੱਥਾ ਵਾਲੀਆਂ ਹੋਣੀਆਂ ਚਾਹੀਦੀਆਂ ਹਨ। ਸੋ ਬੇਟਾ ਇਹ ਵੀ ਯਾਦ ਰੱਖਣਾ ਹੈ, ਟਾਈਲਾਂ ਲਗਾਉਣ ਲੱਗਿਆਂ ਇੱਕ ਸਾਨੂੰ ਇਸ ਵਧੀਆ ਕਾਰੀਗਰ ਦੀ ਲੋੜ ਹੁੰਦੀ ਹੈ, ਕਿਉਂਕਿ ਟਾਈਲਾਂ ਜਿਹੜੀਆਂ ਇਸ ਦਾ ਲਗਾਉਣ ਦਾ ਤਰੀਕਾ ਹੈ ਉਹ ਇੱਟਾਂ ਦੇ ਲਗਾਉਣ ਤਰੀਕੇ ਨਾਲੋਂ ਕਾਫੀ ਅਲੱਗ ਹੁੰਦਾ ਹੈ। ਇਸ ਦੇ ਵਿੱਚ ਕੁਸ਼ਲ ਕਾਰੀਗਰ ਦੀ ਲੋੜ ਪੈਂਦੀ ਹੈ। ਸੋ ਉਸ 'ਤੇ ਕਿਉਂਕਿ ਇਸ ਵਿੱਚ ਅਸੀਂ ਲੈਵਲ ਵੀ ਚੈੱਕ ਕਰਨਾ ਹੁੰਦਾ ਹੈ, ਇਸ ਕਰਕੇ ਅਗਰ ਅਸੀਂ ਕੋਈ ਟਾਈਲਾਂ ਲਗਾਉਂਦੇ ਹਾਂ ਤਾਂ ਉਸ ਲਈ ਕੁਸ਼ਲ ਕਾਰੀਗਰ ਦੀ ਬਹੁਤ ਹੀ ਜ਼ਿਆਦਾ ਲੋੜ ਹੁੰਦੀ ਹੈ। ਸੋ ਇਸ ਤੋਂ ਬਾਅਦ ਅਸੀਂ ਗੱਲ ਕਰਾਂਗੇ ਛੱਤ ਵਾਲੀਆਂ ਟਾਈਲਾਂ ਜਿਹੜੀਆਂ ਨੇ ਉਹਨਾਂ ਦੀਆਂ ਵਿਸ਼ੇਸ਼ਤਾਵਾਂ। ਛੱਤ ਦੀਆਂ ਟਾਈਲਾਂ ਵਿੱਚ ਬਹੁਤ ਸਾਰੀਆਂ ਵਿਸ਼ੇਸ਼ਤਾਵਾਂ ਹੁੰਦੀਆਂ ਹਨ। ਛੱਤ ਦੀਆਂ ਟਾਈਲਾਂ ਦੀ ਬਣਤਰ ਅਤੇ ਆਕਾਰ ਅਜਿਹਾ ਹੋਣਾ ਚਾਹੀਦਾ ਹੈ ਕਿ ਛੱਤ ਤੋਂ ਬਾਰਿਸ਼ ਦੇ ਪਾਣੀ ਦਾ ਆਸਾਨੀ ਨਾਲ ਨਿਕਾਸ ਹੋ ਸਕੇ। ਇਹ ਆਸਾਨੀ ਨਾਲ ਉਪਲਬਧ ਅਤੇ ਘੱਟ ਮਹਿੰਗੀਆਂ ਹੋਣੀਆਂ ਚਾਹੀਦੀਆਂ ਨੇ। ਇਹ ਗਰਮੀ ਕੁਚਾਲਕ ਹੋਣੀਆਂ ਚਾਹੀਦੀਆਂ ਨੇ। ਇਹਨਾਂ ਦੀ ਦਿੱਖ ਮਨਮੋਹਕ ਹੋਣੀ ਚਾਹੀਦੀ ਹੈ। ਮਨਮੋਹਕ ਪਾ ਕੇ ਸੁੰਦਰ ਹੋਣੀ ਚਾਹੀਦੀ ਹੈ ਦਿੱਖ, ਕਿਉਂਕਿ ਬੇਟਾ ਜਿਹੜੀ ਟਾਈਲਾਂ ਨੇ ਅਗਰ ਸੁੰਦਰ ਲੱਗਣਗੀਆਂ ਨਾ ਤਾਂ ਹੀ ਇਮਾਰਤ ਨੂੰ ਇੱਕ ਨਵੀਂ ਦਿੱਖ ਪ੍ਰਦਾਨ ਹੋਵੇਗੀ, ਨਵੀਂ ਦਿੱਖ ਮਿਲੇਗੀ। ਸੋ ਇਸੇ ਕਾਰਨ ਹੀ ਅੱਜ ਕੱਲ੍ਹ ਬਹੁਤ ਸਾਰੀਆਂ ਬਹੁਤਾਤ ਬਿਲਡਿੰਗਾਂ ਵਿੱਚ ਅਸੀਂ ਵੀ ਦੇਖਿਆ ਹੈ, ਤੁਸੀਂ ਬੇਟਾ ਦੇਖਦੇ ਹੋਵੋਗੇ ਕਿ ਟਾਈਲਾਂ ਦੀ ਵਰਤੋਂ ਕੀਤੀ ਜਾਂਦੀ ਹੈ। ਸੋ ਬੇਟਾ ਇਹ ਸੀ ਆਪਣੇ ਟੌਪਿਕ। ਉਸ ਤੋਂ ਬਾਅਦ ਅਸੀਂ ਗੱਲ ਕਰਾਂਗੇ ਚੰਗੀਆਂ ਟਾਈਲਾਂ ਦੇ ਗੁਣ। ਚੰਗੀਆਂ ਟਾਈਲਾਂ ਦੇ ਕਿਹੜੇ ਕਿਹੜੇ ਗੁਣ ਹੋਣੀਆਂ ਚਾਹੀਦੀਆਂ ਹਨ। ਚੰਗੀਆਂ ਟਾਈਲਾਂ ਵਿੱਚ ਹੇਠਲੇ ਗੁਣ ਜਿਵੇਂ ਕਿ ਵਧੇਰੇ ਗੁਣਵੱਤਾ ਵਾਲੀ ਚੀਕਣੀ ਮਿੱਟੀ ਤੋਂ ਬਣੀਆਂ ਹੋਣੀਆਂ ਚਾਹੀਦੀਆਂ ਨੇ। ਕਮੀਆਂ ਨਹੀਂ ਹੋਣੀਆਂ ਚਾਹੀਦੀਆਂ, ਭਾਵ ਇਸ ਵਿੱਚ ਕਿਸੇ ਤਰ੍ਹਾਂ ਕੋਈ ਕਰੈਕਸ ਨਹੀਂ ਹੋਣੇ ਚਾਹੀਦੇ, ਕੋਈ ਸਕਰੈਚ ਨਹੀਂ ਹੋਣਾ ਚਾਹੀਦਾ। ਇਹ ਮਜ਼ਬੂਤ ਹੋਣੀਆਂ ਚਾਹੀਦੀਆਂ ਨੇ, ਟਿਕਾਊ ਹੋਣੀ ਚਾਹੀਦੀਆਂ ਤਾਂ ਕਿ ਕੋਈ ਕਿਸੇ ਵੀ ਤਰ੍ਹਾਂ ਦੇ ਕਿਸੇ ਭਾਰ ਦੇ ਨਾਲ ਇਹ ਟੁੱਟ ਨਾ ਜਾਣ। ਸੋ ਬੇਟਾ ਇਹ ਸੀ ਚੰਗੀਆਂ ਟਾਈਲਾਂ ਦੇ ਗੁਣ। ਸੋ ਬੇਟਾ ਟਾਈਲਾਂ ਲਿਆਉਣ ਲੱਗਿਆਂ ਸਾਨੂੰ ਇੱਕ ਤਾਂ ਅਸੀਂ ਡਿਮੈਂਸ਼ਨਸ ਵੀ ਦੇਖਣੀਆਂ ਪੈਂਦੀਆਂ ਨੇ, ਕਿਉਂਕਿ ਅਸੀਂ ਜੇ ਮੰਨ ਲਓ ਕਿਸੇ ਏਰੀਏ 'ਚ ਲਗਾਉਣੀਆਂ ਨੇ ਤਾਂ ਉਸਦੀ ਅਸੀਂ ਪਹਿਲਾਂ ਡਿਮੈਂਸ਼ਨ ਵੀ ਸਾਨੂੰ ਪਤਾ ਹੋਣੀ ਚਾਹੀਦੀ ਹੈ, ਕਿਉਂਕਿ ਟਾਈਲਾਂ ਦੇ ਵੱਖਰੇ ਵੱਖਰੇ ਜਿਹੜੇ ਆਕਾਰ ਨੇ, ਵੱਖਰੇ ਵੱਖਰੇ ਸਾਈਜ਼ ਨੇ, ਉਹ ਆਉਂਦੇ ਨੇ, ਜਿਵੇਂ 18/12 ਇੰਚ। ਸੋ ਬੇਟਾ ਅਲੱਗ ਅਲੱਗ ਤਰ੍ਹਾਂ ਦੀਆਂ ਟਾਈਲਾਂ ਜਿਹੜੀਆਂ ਨੇ ਉਹ ਆਉਂਦੀਆਂ ਨੇ, ਉਹ ਅਸੀਂ ਆਕਾਰ ਦੇ ਹਿਸਾਬ ਨਾਲ ਦੇਖਦੇ ਹਾਂ।
ਬਾਕੀ ਟਾਈਲਾਂ ਬਹੁਤ ਤਰ੍ਹਾਂ ਦੀਆਂ ਵੀ ਹੁੰਦੀਆਂ, ਜਿਵੇਂ ਵਿਟਰੀਫਾਈਡ ਟਾਈਲਸ ਹੁੰਦੀਆਂ ਆ। ਅਸੀਂ ਪਹਿਲਾਂ ਟੈਰਾਕੋਟਾ ਦੀ ਗੱਲ ਵੀ ਕੀਤੀ। ਸੋ ਹੋਰ ਵੀ ਬਹੁਤਾਤ ਜਿਹੜੀਆਂ ਪ੍ਰਕਾਰ ਦੀਆਂ ਟਾਈਲਾਂ ਮਾਰਕੀਟ ਵਿੱਚ ਉਪਲਬਧ ਨੇ। ਸੋ ਬੇਟਾ ਇਹ ਸੀ ਟਾਈਲਾਂ ਦਾ ਟੋਪਿਕ। ਸੋ ਥੈਂਕਸ ਬੇਟਾ, ਧੰਨਵਾਦ।